Hello दोस्तों, welcome to Siddhi Punjab. So today we are going to discuss all the current affairs from 18th to 20th ਨਵੰਬਰ ਤੋਂ ਲੈ ਕੇ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਆ ਉਹ ਆਪਾਂ ਡਿਸਕਸ ਕਰ ਰਹੇ ਹਾਂ। ਠੀਕ ਹੈ ਜੀ। ਐਗਜ਼ਾਮ ਨਾਲ ਰਿਲੇਟਡ ਪ੍ਰੈਪਰੇਸ਼ਨ ਚ ਤੁਹਾਨੂੰ ਕੋਈ ਵੀ ਇਸ਼ੂ ਆ ਰਿਹਾ ਹੈ ਤੁਸੀਂ ਜਸਟ ਮੈਸੇਜ ਕਰਨਾ ਹੈ ਮੈਨੂੰ ਇਸ ਨੰਬਰ ਤੇ। ਆਈ ਵਿਲ ਹੈਲਪ ਯੂ ਗਾਈਡ ਥਰੂ ਦ ਸਿਵਲ ਸਰਵਿਸਿਜ਼ ਪ੍ਰੈਪਰੇਸ਼ਨ ਪੰਜਾਬ ਪੀਸੀਐਸ ਜਾਂ ਯੂਪੀਐਸ ਜਿਹਦੀ ਵੀ ਤਿਆਰੀ ਕਰ ਰਹੇ ਹੋ ਆਈ ਵਿਲ ਬੀ देयर ਟੂ ਹੈਲਪ ਯੂ। ਠੀਕ ਹੈ ਜੀ। ਉਸ ਤੋਂ ਬਾਅਦ देयर आर लॉट मैनी रिसोर्सेज ऑन आवर ਵੈਬਸਾਈਟ www.siddhipunjab.com। ਠੀਕ ਹੈ ਜੀ। ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਮਿਲਣਗੇ, ਸਿਲੇਬਸ ਮਿਲਣਗੇ ਪੰਜਾਬ ਪੀਸੀਐਸ ਦਾ, ਐਂਡ ਦੈਨ ਡਿਫਰੈਂਟ ਕੋਰਸਿਸ ਦੈਟ ਵੀ ਹੈਵ ਲਾਂਚਡ ਫॉर योर ਵੈਲਫੇਅਰ, ਉਹ ਸਾਰੇ ਤੁਹਾਨੂੰ ਉੱਥੇ ਮਿਲ ਜਾਣਗੇ। ਪੰਜਾਬ ਸਪੈਸੀਫਿਕ ਟੈਸਟ ਸੀਰੀਜ਼, ਮੈਂਟਰਸ਼ਿਪ ਪ੍ਰੋਗਰਾਮ, ਕਰੰਟ ਅਫੇਅਰਸ ਦੀ ਕੰਪਾਈਲੇਸ਼ਨਸ, ਵਰਲਡ ਹਿਸਟਰੀ ਦਾ ਕੋਰਸ ਦੈਟ ਇਜ਼ ਵੈਰੀ ਇੰਪੋਰਟੈਂਟ ਫॉर योर ਪ੍ਰੀਲਿਮਸ ਐਂਡ ਹਿਸਟਰੀ ਮੇਨਸ ਪਾਰਟ। ਸੋ ਇਹ ਸਭ ਚੈੱਕ ਕਰੋ ਸਾਡੀ ਵੈਬਸਾਈਟ ਤੇ। ਪੀਡੀਐਫਸ ਦੇ ਲਈ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ ਐਂਡ ਦੈਟ ਇਜ਼ ਵੇਅਰ ਵੀ ਆਰ ਸ਼ੇਅਰਿੰਗ ਆਲ ਦ ਪੀਡੀਐਫs। ਠੀਕ ਹੈ ਜੀ। @ ਦੀ ਪੰਜਾਬ ਲਿਖ ਕੇ ਵੀ ਤੁਸੀਂ ਟੈਲੀਗ੍ਰਾਮ ਤੇ ਫਾਈਂਡ ਕਰ ਸਕਦੇ ਹੋ। ਰਾਈਟ ਨਾਓ ਲੈਟਸ ਸੀ ਦ ਟੌਪਿਕਸ ਆਫ ਟੁਡੇ। ਇਹ ਬ੍ਰੌਡ ਟੌਪਿਕਸ ਆਪਾਂ ਅੱਜ ਡਿਸਕਸ ਕਰਨ ਵਾਲੇ हैं। विल डेवलप पंजाब एज द हब ऑफ मेडिकल टूरिज्म। ਸੀਐਮ ਭਗਵੰਤ ਮਾਨ, ਠੀਕ ਹੈ ਜੀ, ਪੰਜਾਬ ਦੀ ਇਕੋਨਮੀ ਨੂੰ ਟਰਾਂਸਫਾਰਮ ਕਰਨ ਲਈ ਡਿਫਰੈਂਟ ਸਟੈਪਸ ਪੰਜਾਬ ਲੈ ਰਹੀ ਹੈ। ਵਨ ਨਿਊ ਸਟੈਪ, ਨਿਊ ਇਨੀਸ਼ੀਏਟਿਵ that has been highlighted by the CM is converting Punjab into the tourism hub। ਠੀਕ ਹੈ, ਕਿਵੇਂ ਪੰਜਾਬ ਬਣ ਸਕਦਾ ਹੈ ਮੈਡੀਕਲ ਟੂਰਿਜ਼ਮ ਹਬ, ਇਹ ਆਪਾਂ ਸਾਰਾ ਡਿਸਕਸ ਕਰਾਂਗੇ ਅੱਗੇ। ਉਸ ਤੋਂ ਬਾਅਦ ਫਰਸਟ ਇਲੈਕਟ੍ਰਿਕ ਟ੍ਰੇਨ ਅਰਾਈਵਸ ਐਟ ਅਬੋਹਰ ਰੇਲਵੇ ਸਟੇਸ਼ਨ, ਫਰਸਟ ਇਲੈਕਟ੍ਰਿਕ ਟ੍ਰੇਨ। ਠੀਕ ਹੈ ਜੀ। ਥਰਡ ਟੌਪਿਕ ਆਪਾਂ ਜਿਹੜਾ ਡਿਸਕਸ ਕਰਾਂਗੇ, ਗਲੋਬਲ ਸਾਊਥ ਸੈਂਟਰ ਫॉर ਐਕਸੀਲੈਂਸ, ਆਈਆਰ ਦੇ ਪਰਸਪੈਕਟਿਵ ਤੋਂ ਕਾਫੀ ਇੰਪੋਰਟੈਂਟ ਹੈ। ਵੀ ਵਿਲ ਸੀ ਇਟ। ਗਲੋਬਲ ਬਾਇਓਫਿਊਲ ਅਲਾਇੰਸ, ਅਗੇਨ ਆਈਆਰ ਦੇ ਪਰਸਪੈਕਟਿਵ ਤੋਂ, এনवायरमेंट ਦੇ ਪਰਸਪੈਕਟਿਵ ਤੋਂ ਕੁਐਸਚਨਸ ਆ ਸਕਦੇ ਨੇ। ਠੀਕ ਹੈ ਜੀ। ਵਰਲਡ ਰਿਨਾਊਂਡ ਆਰਟ ਹਿਸਟੋਰੀਅਨ BN ਗੋਸਵਾਮੀ ਡਾਈਸ। ਪ੍ਰੀਲਿਮਸ ਲਈ ਜਸਟ ਫੈਕਟਸ ਬੇਸਡ ਕੁਐਸਚਨ ਹੈ, ਪਰਸਨੈਲਿਟੀ ਬੇਸਡ ਕੁਐਸਚਨ ਕਦੀ ਕਦੀ ਆ ਜਾਂਦੇ ਹੈ। ਸੋ ਉਸ ਪਰਸਪੈਕਟਿਵ ਤੋਂ ਆਮ ਜਸਟ ਕਵਰਿੰਗ ਇਟ। ਠੀਕ ਹੈ ਜੀ। ਲੈਟਸ ਸਟਾਰਟ ਵਿਦ ਆਵਰ ਫਰਸਟ ਟੌਪਿਕ, ਵਿਲ ਡਿਵੈਲਪ ਪੰਜਾਬ ਐਜ਼ ਹਬ ਆਫ ਮੈਡੀਕਲ ਟੂਰਿਜ਼ਮ, CM ਭਗਵੰਤ ਮਾਨ। ਠੀਕ ਹੈ ਜੀ। ਸੋ ਐਜ਼ ਆਈ ਹੈਵ ਟੋਲਡ ਯੂ ਅ ਨੰਬਰ ਆਫ ਟਾਈਮਸ ਕਿ ਪੰਜਾਬ ਦੀ ਇਕੋਨਮੀ ਹੈਜ਼ ਡੋਮੀਨੈਂਟਲੀ ਬੀਨ ਡਿਪੈਂਡੈਂਟ ਔਨ ਐਗਰੀਕਲਚਰ। ਠੀਕ ਹੈ, ਸਰਵਾਈਵਲ ਲਈ ਅਸੀਂ ਐਗਰੀਕਲਚਰ ਤੇ ਡਿਪੈਂਡ ਕਰਦੇ ਹਾਂ, ਬਟ ਨਾਓ ਦੈਟ ਐਗਰੀਕਲਚਰ ਇਜ਼ ਨਾਟ ਗਿਵਿੰਗ ਅਸ ਦ ਰਿਟਰਨਸ ਦੈਟ ਵੀ ਆਰ ਲੁਕਿੰਗ ਫॉर। ਇਸੇ ਲਈ ਪੰਜਾਬ ਜਿਹੜਾ ਹੈ ਐਗਰੀਕਲਚਰ ਤੋਂ ਹਟ ਕੇ ਦੂਸਰੇ ਸੈਕਟਰਸ ਤੇ, ਜਿਵੇਂ ਕਿ ਇੰਡਸਟਰੀ ਹੋ ਗਿਆ, ਜਿਵੇਂ ਕਿ ਸਰਵਿਸਿਜ਼ ਸੈਕਟਰ ਹੋ ਗਿਆ, ਇਹਨਾਂ ਤੇ ਫੋਕਸ ਕਰ ਰਿਹਾ ਹੈ। ਠੀਕ ਹੈ ਜੀ। ਇੰਡਸਟਰੀ ਲਈ ਆਪਾਂ ਦੇਖਿਆ ਇਨਵੈਸਟਰ ਸਮਿਟ ਵਗੈਰਾ ਕੀਤੇ ਜਾ ਰਹੇ ਨੇ ਤਾਂ ਕਿ ਇਨਵੈਸਟਮੈਂਟਸ ਪੰਜਾਬ ਵਿੱਚ ਲਿਆਂਦੀਆਂ ਜਾ ਸਕਣ। ਜਿਹੜੀਆਂ ਸਾਡੀਆਂ ਥੋੜੀ ਬਹੁਤ ਇੰਡਸਟਰੀਜ਼ ਆ ਉਹਨਾਂ 'ਚ ਹੋਰ ਪੈਸਾ ਲਾਇਆ ਜਾਏ, ਫੂਡ ਪ੍ਰੋਸੈਸਿੰਗ ਇੰਡਸਟਰੀ ਜਾਂ ਇਸ ਤਰੀਕੇ ਦੀ ਇੰਡਸਟਰੀਜ਼ ਤੇ ਫੋਕਸ ਕੀਤਾ ਜਾਵੇ। ਸਰਵਿਸਿਜ਼ 'ਚ ਆ ਲੇਟੈਸਟ ਐਗਜ਼ਾਮਪਲ ਹੈ ਟੂਰਿਜ਼ਮ ਨੂੰ ਪ੍ਰਮੋਟ ਕਰਨਾ। ਠੀਕ ਹੈ ਜੀ। ਸੋ ਪੰਜਾਬ ਕਿਆ ਕਹਿ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਇੰਨਾ ਸਸ਼ਕਤ ਬਣਾਵਾਂਗੇ, ਇਨਫਰਾਸਟ੍ਰਕਚਰ ਫੈਸਿਲਿਟੀਜ਼ ਇੰਨੀਆਂ ਐਡ ਕਰਾਂਗੇ that ਪੰਜਾਬ becomes a hub of medical tourism in the region। ਠੀਕ ਹੈ, ਨਾਰਥ 'ਚ ਸਪੈਸ਼ਲੀ। ਠੀਕ ਹੈ, ਦਿੱਲੀ ਵਗੈਰਾ 'ਚ ਠੀਕ ਹੈ ਆਪਣੇ ਕੋਲ ਬਹੁਤ ਸਾਰੀ ਸਰਵਿਸਿਜ਼ ਹੈਗੀਆਂ ਏ, ਬਟ ਉਹ may not be accessible to all or affordable to all now। ਦਿੱਲੀ is the most expensive city ਹੈ ਨਾ। ਸੋ ਇਟ ਇਜ਼ ਗੁੱਡ ਕਿ ਪੰਜਾਬ ਉਹ ਇੱਕ ਆਲਟਰਨੇਟਿਵ ਦੀ ਤਰ੍ਹਾਂ ਰਾਈਜ਼ ਕਰੇ for all the northern states, Jammu Kashmir, Rajasthan, Haryana, HP, act as an affordable alternative for all the people from all these states to come and get medical services। ਠੀਕ ਹੈ। ਸੋ ਪੰਜਾਬ ਨੂੰ ਮੈਡੀਕਲ ਟੂਰਿਜ਼ਮ ਹਬ ਬਣਾਉਣ ਦਾ ਇਹ ਏਮ ਹੈ ਪੰਜਾਬ ਦਾ। ਰਾਈਟ, ਪੰਜਾਬ ਗਵਰਨਮੈਂਟ ਨੇ ਇਹਦੇ ਲਈ ਕੋਸ਼ਿਸ਼ਾਂ ਕਿਆ ਕਿਆ ਕੀਤੀਆਂ ਹੈ। ਰਾਈਟ, ਅਗਰ ਤੁਸੀਂ ਇਸ ਤੋਂ ਪਹਿਲਾਂ ਇੱਕ ਜਸਟ ਐਗਜ਼ਾਮਪਲ ਦੇਖਣੀ ਹੋਵੇ, ਪੰਜਾਬ 'ਚ ਆਲਰੇਡੀ ਬਹੁਤ ਸਾਰੇ ਮੈਡੀਕਲ ਟੂਰਿਸਟ ਜਿਹੜੇ ਆ ਰਹੇ ਨੇ, ਸਪੈਸ਼ਲੀ ਫਰਮ ਜੰਮੂ ਕਸ਼ਮੀਰ। ਠੀਕ ਹੈ, ਜੰਮੂ ਕਸ਼ਮੀਰ 'ਚ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਨਹੀਂ ਹੈ, ਬਟ ਦੇ ਆਰ ਕਮਿੰਗ ਟੂ ਪੰਜਾਬ। ਸਪੈਸ਼ਲੀ ਅੰਮ੍ਰਿਤਸਰ 'ਚ ਫੁੱਟਫਾਲ ਬਹੁਤ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਕੁਆਲਿਟੀ ਅਫੋਰਡੇਬਲ ਹੈਲਥ ਕੇਅਰ ਇੱਥੇ ਮਿਲ ਰਹੀਆਂ ਹੈ, ਜਿਹਦੇ ਕਰਕੇ ਅੰਮ੍ਰਿਤਸਰ ਦੀ ਇਕੋਨਮੀ ਜਿਹੜੀ ਹੈ ਥੋੜੀ ਗਰੋ ਹੋ ਰਹੀ ਹੈ। ਉਹਦੇ ਨਾਲ ਨਾਲ ਹੋਰ ਬਿਜ਼ਨਸਿਸ ਵੀ ਗਰੋ ਹੁੰਦੇ ਆ, ਜਿਵੇਂ ਕਿ ਰੈਸਟੋਰੈਂਟ, ਹੋਟਲਸ, ਟਰਾਂਸਪੋਰਟੇਸ਼ਨ ਸਿਸਟਮ ਐਟਸੈਟਰਾ ਵੀ ਗਰੋ ਹੋ ਰਿਹਾ ਹੈ। ਸੋ ਇਸ ਤਰੀਕੇ ਨਾਲ ਇਹ ਇੱਕ ਬਹੁਤ ਇੰਪੋਰਟੈਂਟ ਸੈਕਟਰ ਹੈ ਜਿੱਤੇ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ। ਰਾਈਟ, ਸੋ ਇਸ ਤਰੀਕੇ ਨਾਲ ਇਹਨੂੰ ਦੇਖ ਸਕਦੇ ਹਾਂ ਆਪਾਂ। ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਇਹ ਜਿਹੇ ਕਿਆ ਕਿਆ ਐਫਰਟਸ ਕੀਤੇ ਹੈ ਕਿ ਪੰਜਾਬ 'ਚ ਹੈਲਥ ਸੈਕਟਰ ਪ੍ਰਮੋਟ ਹੋਵੇ, ਸਪੈਸ਼ਲੀ ਮੈਡੀਕਲ ਟੂਰਿਜ਼ਮ ਪ੍ਰਮੋਟ ਹੋਵੇ। ਰਾਈਟ, ਪੰਜਾਬ ਨੇ ਦੇਖੋ ਆਪਦੀ
ਹਸਪੀਟਲਸ ਨੂੰ ਆਪਦੇ ਮੈਡੀਕਲ ਫੈਸਿਲਿਟੀਜ਼ ਨੂੰ ਮਾਡਰਨ ਬਣਾਉਣ ਲਈ ਬਹੁਤ ਸਾਰੇ ਇਨੀਸ਼ੀਏਟਿਵਸ ਲਿੱਤੇ ਹੈ। ਸਭ ਤੋਂ ਪਹਿਲਾਂ ਈ ਹਸਪੀਟਲ ਪ੍ਰੋਜੈਕਟ ਬਹੁਤ ਹੀ ਰੀਸੈਂਟ ਲਾਂਚ ਹੋਇਆ ਸੀ। ਇਸ 'ਚ ਕਿਆ ਹੈ ਕਿ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ, ਪੇਸ਼ੈਂਟ ਹਿਸਟਰੀ ਦੇਖ ਸਕਦੇ ਹੋ, ਮਤਲਬ ਪੇਸ਼ੈਂਟ ਖੁਦ, ਐਵਰੀਵਨ ਨਾਟ ਐਵਰੀਵਨ ਬਟ ਪੇਸ਼ੈਂਟ ਦੈਮਸੈਲਵਸ। ਸੋ ਕਹਿਣ ਦਾ ਮਤਲਬ ਹੈ ਕਿ ਡਿਜੀਟਾਈਜ਼ ਕੀਤਾ ਗਿਆ ਹੈ, ਜਿਹਦੇ ਕਰਕੇ ਪੇਸ਼ੈਂਟ ਨੂੰ ਈਜ਼ ਆਫ ਯੂਜ਼ ਹੋ ਜਾਂਦੀ ਹੈ। ਠੀਕ ਹੈ ਜੀ। ਡਿਫਰੈਂਟ ਹਸਪੀਟਲ 'ਚ ਨਵੀਆਂ-ਨਵੀਆਂ ਫੈਸਿਲਿਟੀਜ਼ ਲਿਆਂਦੀਆਂ ਜਾ ਰਹੀਆਂ ਹੈ। ਓਪੀਡੀ ਬਲਾਕ ਹੋ ਗਿਆ, ਓਟੀ ਕੰਪਲੈਕਸ ਹੋ ਗਿਆ, ਇਨ ਸਟੇਟ ਕੈਂਸਰ ਇੰਸਟੀਟਿਊਟ, ਸਾਡਾ ਪੰਜਾਬ ਦਾ ਜੋ ਕੈਂਸਰ ਇੰਸਟੀਟਿਊਟ ਹੈ ਉਸ 'ਚ ਫੈਸਿਲਿਟੀਜ਼ ਅਪਗ੍ਰੇਡ ਕੀਤੀਆਂ ਗਈਆਂ ਹੈ ਕੈਂਸਰ ਨਾਲ ਰਿਲੇਟਡ। ਸੋ ਕੈਂਸਰ ਦਾ ਟ੍ਰੀਟਮੈਂਟ ਜਿਹੜਾ ਹੈ ਪੰਜਾਬ 'ਚ ਹੁਣ ਬਹੁਤ ਅੱਛਾ ਹੋ ਸਕਦਾ ਹੈ। ਹੋਸਟਲ ਫੈਸਿਲਿਟੀਜ਼ ਬਣਾਈਆਂ ਗਈਆਂ ਨੇ, ਰੇਡੀਏਸ਼ਨ ਥੈਰੇਪੀ ਬਲਾਕ ਵਗੈਰਾ। ਮਤਲਬ ਇਸ ਇੰਸਟੀਟਿਊਟ ਨੂੰ ਸਟੇਟ ਆਫ ਦੀ ਆਰਟ ਇੰਸਟੀਟਿਊਟ ਬਣਾਉਣ ਤੇ ਕਾਫੀ ਐਫਰਟ ਲਾਇਆ ਜਾ ਰਿਹਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨਵੇਂ ਮੈਡੀਕਲ ਕਾਲਜਿਸ ਗਵਰਨਮੈਂਟ ਏਮ ਕਰ ਰਹੀ ਹੈ ਸੈਟਅਪ ਕਰਨ ਦਾ। ਅਗਲੇ ਆਉਣ ਵਾਲੇ 5 ਸਾਲ ਦੇ ਵਿੱਚ 16 ਨਿਊ ਮੈਡੀਕਲ ਕਾਲਜਿਸ ਵਿਲ ਬੀ ਸੈਟਅਪ ਇਨ ਦੀ ਸਟੇਟ। ਅਗੇਨ ਉਹ ਹੈਲਪ ਕਰਨਗੇ ਕੁਆਲੀਫਾਈਡ ਡਾਕਟਰਸ ਬਣਾਉਣ ਵਿੱਚ, ਰਾਈਟ। ਇਸੇ ਤਰੀਕੇ ਨਾਲ ਐਕਸ-ਰੇ ਮਸ਼ੀਨਸ 26 ਜਨਵਰੀ ਤੱਕ ਹਰ ਪੰਜਾਬ ਦੇ ਹਸਪੀਟਲ ਦੇ ਵਿੱਚ ਐਕਸ-ਰੇ ਮਸ਼ੀਨ ਇੰਸਟਾਲ ਕਰਨ ਦਾ ਟਾਰਗੇਟ ਰੱਖਿਆ ਹੈ ਪੰਜਾਬ ਨੇ। ਅਗੇਨ ਇਟ ਇਜ਼ ਗੋਇੰਗ ਟੂ ਅਪਗ੍ਰੇਡ ਦਾ ਫੈਸਿਲਿਟੀਜ਼। ਤੇ ਆਲਰੇਡੀ ਗਵਰਨਮੈਂਟ ਦਾ ਜਿਹੜਾ ਆਮ ਆਦਮੀ ਕਲੀਨਿਕਸ ਹੈ 600 650 ਤੋਂ ਜ਼ਿਆਦਾ, ਐਗਜ਼ੈਕਟ ਟੂ ਬੀ ਐਗਜ਼ੈਕਟ 664 ਆਮ ਆਦਮੀ ਕਲੀਨਿਕਸ ਆਲਰੇਡੀ ਪੰਜਾਬ ਗਵਰਨਮੈਂਟ ਐਸਟੈਬਲਿਸ਼ ਕਰ ਚੁੱਕੀ ਹੈ, ਰਾਈਟ। ਸੋ ਥੀਸ ਆਰ ਫਿਊ ਇਨੀਸ਼ੀਏਟਿਵਸ ਦੈਟ ਪੰਜਾਬ ਨੇ ਲਿੱਤੇ ਹੈ ਆਪਦੇ ਏਰੀਆ ਦੇ ਵਿੱਚ ਹੈਲਥ ਕੇਅਰ ਨੂੰ ਇੰਪਰੂਵ ਕਰਨ ਲਈ, ਜਿਹਦੇ ਨਾਲ ਟੂਰਿਜ਼ਮ, ਮੈਡੀਕਲ ਟੂਰਿਜ਼ਮ ਵੀ ਪ੍ਰਮੋਟ ਹੋਏਗਾ, ਰਾਈਟ। ਹੁਣ ਇਹ ਕਾਰਨ ਕਿਆ ਹੈ ਕਿ ਪੰਜਾਬ ਦੇ ਵਿੱਚ ਇੰਨੇ ਮੈਡੀਕਲ ਟੂਰਿਜ਼ਮ ਹੋਣ ਦਾ ਪੋਟੈਂਸ਼ੀਅਲ ਹੈ। ਆਪਾਂ ਪੰਜਾਬ ਦੀ ਹੀ ਕਿਉਂ ਗੱਲ ਕਰ ਰਹੇ ਹਾਂ, ਜਿਵੇਂ ਮੈਂ ਦੱਸਿਆ ਦਿੱਲੀ ਤਾਂ ਆਲਰੇਡੀ ਪਿਆ ਹੈ। ਵਾਈ ਪੰਜਾਬ ਹੈਜ਼ ਦੈਟ ਪੋਟੈਂਸ਼ੀਅਲ ਔਰ ਬੀ ਅ ਆਈਡੀਅਲ ਡੈਸਟੀਨੇਸ਼ਨ ਫॉर ਮੈਡੀਕਲ ਟੂਰਿਸਟ। ਕਿਉਂ ਲੋਕਾਂ ਨੂੰ ਪੰਜਾਬ 'ਚ ਆ ਕੇ ਮੈਡੀਕਲ ਹੈਲਥ ਕੇਅਰ ਫੈਸਿਲਿਟੀਜ਼ ਲੈਣੀਆਂ ਚਾਹੀਦੀਆਂ ਹੈ। ਸੋ ਉਹਦੇ ਕਾਰਨ ਡਿਸਕਸ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾ ਰੀਜ਼ਨ ਐਜ਼ ਆਈ ਟੋਲਡ ਯੂ, ਅਫੋਰਡੇਬਿਲਿਟੀ, ਰਾਈਟ। ਹੈਲਥ ਕੇਅਰ ਸਰਵਿਸਿਜ਼ ਤੁਹਾਨੂੰ ਸਾਰੇ ਕਿਤੇ ਮੇ ਬੀ ਮਿਲ ਜਾਣ, ਦਿੱਲੀ 'ਚ ਮਿਲ ਜਾਣ ਜਾਂ ਹੋਰ ਬਹੁਤ ਜਗ੍ਹਾਵਾਂ ਤੇ ਮਿਲ ਜਾਣ, ਬਟ ਅਫੋਰਡੇਬਿਲਿਟੀ, cost, cheaper but quality healthcare that is present in Punjab today, right। ਅਸੀਂ ਕੁਆਲੀਫਾਈਡ ਸਕਿਲਡ ਪ੍ਰੋਫੈਸ਼ਨਲ, ਸਕਿਲਡ ਡਾਕਟਰ, ਸਕਿਲਡ ਨਰਸਿਸ ਸਾਡੇ ਕੋਲ ਹੈਗੇ ਨੇ, ਉਹ ਵੀ ਐਟ ਅ ਰੀਜ਼ਨੇਬਲ ਪ੍ਰਾਈਸ। ਦੈਟ ਇਜ਼ ਵਾਈ ਪੰਜਾਬ ਕੈਨ ਬੀ ਮੈਡੀਕਲ ਟੂਰਿਜ਼ਮ ਹੱਬ ਆਫ ਫਿਊਚਰ। ਤੁਸੀਂ ਦੇਖੋ, ਇੰਡੀਆ ਦੇ ਵਿੱਚ ਚੇਨਈ ਇਹੋ ਜਿਹੀ ਇੱਕ ਸਿਟੀ ਹੈ ਜਿਹੜੀ ਕਿ ਮੈਡੀਕਲ ਟੂਰਿਜ਼ਮ ਹੱਬ ਦਾ ਕੰਮ ਕਰਦੀ ਹੈ, ਨਾਟ ਜਸਟ ਫॉर ਇੰਡੀਆ ਬਟ ਆਲਸੋ ਫॉर ਆਊਟਸਾਈਡਰਸ, ਬੰਗਲਾਦੇਸ਼, ਅਫਗਾਨਿਸਤਾਨ, ਬਹੁਤ ਜਗ੍ਹਾ ਤੋਂ ਲੋਕ ਜਿਹੜੇ ਹੈ ਮੈਡੀਕਲ ਪਰਪਸਿਸ ਲਈ ਇਸ ਸਿਟੀ ਵਿੱਚ ਆ ਰਹੇ ਹੈ। ਉਹਨਾਂ ਦਾ ਰੀਜ਼ਨ ਵੀ ਇਹੀ ਹੈ, ਅਫੋਰਡੇਬਲ ਕੁਆਲਿਟੀ ਹੈਲਥ ਕੇਅਰ ਪ੍ਰੋਵਾਈਡਡ ਬਾਈ ਵਨ ਆਫ ਦ ਬੈਸਟ ਡਾਕਟਰਸ ਇਨ ਦੀ ਇੰਟਾਇਰ ਵਰਲਡ। ਠੀਕ ਹੈ। ਮਾਡਰਨ ਇਨਫਰਾਸਟ੍ਰਕਚਰ ਵੀ ਪ੍ਰੈਜ਼ੈਂਟ ਹੈਗਾ ਹੈ ਇਨ ਪੰਜਾਬ ਆਲਸੋ। ਵੀ ਆਰ ਸੀਇੰਗ ਦਿਸ, ਹਨਾ। ਪੰਜਾਬ 'ਚ ਇੱਕ ਐਡੀਸ਼ਨਲ ਪੁਆਇੰਟ ਹੈ ਕਿ ਤੁਸੀਂ ਅਗਰ ਮੈਡੀਕਲ ਟੂਰਿਜ਼ਮ ਲਈ ਆਓਗੇ, ਤੁਸੀਂ ਜਸਟ ਮੈਡੀਕਲ ਟੂਰਿਜ਼ਮ ਨਹੀਂ ਕਰੋਗੇ, ਯੂ ਕੈਨ ਆਲਸੋ ਰੈਲਿਸ਼ ਦੀ ਕਲਚਰ ਆਫ ਪੰਜਾਬ, ਦੀ ਕਲਚਰ ਆਫ ਦਿਸ ਏਰੀਆ। ਠੀਕ ਹੈ। ਸੋ ਤੁਸੀਂ ਰੀਕ੍ਰੀਏਸ਼ਨ ਵੀ ਕਰ ਸਕਦੇ ਹੋ ਅਲੋਂਗ ਵਿਦ ਯੋਰ ਮੈਡੀਕਲ ਨੀਡਸ। ਇਹਨਾਂ ਸਭ ਕਾਰਨਾਂ ਕਰਕੇ ਪੰਜਾਬ ਕੈਨ ਬੀ ਅ ਗੁੱਡ ਪਲੇਸ ਟੂ ਬੀ ਦ ਨੈਕਸਟ ਮੈਡੀਕਲ ਹੱਬ ਆਫ ਮੈਡੀਕਲ ਟੂਰਿਜ਼ਮ ਹੱਬ ਆਫ ਇੰਡੀਆ, ਰਾਈਟ। ਸੋ ਇਹ ਫੈਕਟਰਸ ਯਾਦ ਰੱਖਣੇ ਹੈ। ਇਸ ਤੋਂ ਬਾਅਦ ਪੰਜਾਬ ਕਿਆ ਕਰ ਸਕਦਾ ਹੈ ਕਿ ਐਕਚੁਅਲੀ ਅਸੀਂ ਵੀ ਆਰ ਏਬਲ ਟੂ ਮੇਕ ਇਟ ਅ ਮੈਡੀਕਲ ਹੱਬ। ਫਰਸਟਲੀ, ਟੂਰਿਜ਼ਮ ਇਨਫਰਾਸਟ੍ਰਕਚਰ, ਮੈਡੀਕਲ ਟੂਰਿਜ਼ਮ ਇਨਫਰਾਸਟ੍ਰਕਚਰ ਤੇ ਬਹੁਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਮੈਡੀਕਲ ਟੂਰਿਜ਼ਮ ਮਤਲਬ ਦੇਖੋ, ਹਸਪੀਟਲਸ ਵਗੈਰਾ ਬਣਾਉਣਾ ਉਹ ਤਾਂ ਸਭ ਸਹੀ ਹੈ, ਬਟ ਜਦੋਂ ਬਾਹਰੋਂ ਲੋਕ ਆ ਰਹੇ ਆ ਮੈਡੀਕਲ ਫੈਸਿਲਿਟੀਜ਼ ਅਵੇਲ ਕਰਨ ਲਈ, ਉਹਨਾਂ ਲਈ ਵੀ ਸਹੀ ਸਹੂਲਤਾਂ ਹੋਣੀਆਂ ਚਾਹੀਦੀਆਂ ਹੈ। ਲੈਟਸ ਸੇ ਕਿ ਕੋਈ ਬੰਦਾ ਲੈਟਸ ਸੇ ਕਿ ਕਰਨਾਟਕਾ ਤੋਂ ਕੋਈ ਬੰਦਾ ਮੈਡੀਕਲ ਟੂਰਿਜ਼ਮ ਜਾਂ ਮੈਡੀਕਲ ਲਈ ਪੰਜਾਬ ਵਿੱਚ ਆ ਰਿਹਾ ਹੈ। ਕਰਨਾਟਕਾ ਤੋਂ ਜਿਹੜਾ ਬੰਦਾ ਆ ਰਿਹਾ, ਲੈਟਸ ਸੇ ਹੀ ਨੋਜ਼ ਓਨਲੀ ਕੰਨੜਾ, ਉਹਨਾਂ ਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਉਹਨਾਂ ਨੂੰ ਆਪਦੀ ਮਾਂ ਬੋਲੀ ਦੈਟ ਇਜ਼ ਕੰਨੜਾ ਹੀ ਆਉਂਦੀ ਹੈ, ਤਾਂ ਕਿਆ ਪੰਜਾਬ ਦੇ ਹਸਪੀਟਲਸ ਇਹੋ ਜਿਹੇ ਪੇਸ਼ੈਂਟ ਨੂੰ ਕੇਟਰ ਕਰ ਪਾਉਣਗੇ, ਰਾਈਟ। that is what we require। ਪੇਸ਼ੈਂਟ ਸਪੋਰਟ ਸਰਵਿਸਿਜ਼, ਮੈਡੀਕਲ ਟੂਰਿਜ਼ਮ ਇਨਫਰਾਸਟ੍ਰਕਚਰ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਇਹ ਪੇਸ਼ੈਂਟਸ ਨੂੰ, ਮੈਡੀਕਲ ਟੂਰਿਸਟ ਨੂੰ ਸਪੋਰਟ ਕਰੇ, ਰਾਈਟ। ਉਸ ਤੋਂ ਬਾਅਦ ਪੰਜਾਬ ਨੂੰ ਐਜ਼ ਅ ਮੈਡੀਕਲ ਟੂਰਿਜ਼ਮ ਹੱਬ ਦੀ ਤਰ੍ਹਾਂ ਵੀ ਪ੍ਰਮੋਟ ਕਰਨਾ, ਮਾਰਕੀਟ ਕਰਨਾ ਜ਼ਰੂਰੀ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਦੈਟ ਵੀ ਹੈਵ ਦੋਜ਼ ਫੈਸਿਲਿਟੀਜ਼ ਐਟ ਅਫੋਰਡੇਬਲ ਪ੍ਰਾਈਸ। ਸੋ ਕਮ ਵਿਜ਼ਿਟ ਪੰਜਾਬ। ਜਿਵੇਂ ਤੁਸੀਂ ਗੁਜਰਾਤ ਦੀ ਐਡਸ ਦੇਖਦੇ ਰਹਿੰਦੇ ਹੋ, ਕੱਛ ਨਹੀਂ ਦੇਖਾ ਤੋ ਕਿਆ ਦੇਖਾ, ਸਮਥਿੰਗ ਲਾਈਕ ਦੈਟ, ਹਿਮਾਚਲ ਦੀਆਂ ਵੀ ਐਡਸ ਦੇਖਦੇ ਹੋ। ਸੇਮ ਪ੍ਰਮੋਸ਼ਨ ਹੈਜ਼ ਟੂ ਬੀ ਡਨ ਤਾਂ ਕਿ ਪੂਰੇ ਇੰਡੀਆ ਨੂੰ
ਪਤਾ ਚੱਲੇ that they can avail such services in ਪੰਜਾਬ। ਠੀਕ ਹੈ ਜੀ। ਉਸ ਤੋਂ ਬਾਅਦ ਟੈਲੀਮੈਡੀਸਿਨ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਕਿ ਲੋਕ ਦੂਰੋਂ ਦੂਰੋਂ ਕਰਨਾਟਕਾ 'ਚ ਬੈਠੇ ਬੰਦੇ ਨੂੰ ਜ਼ਰੂਰੀ ਨਹੀਂ ਹੈ ਪੰਜਾਬ ਵਿੱਚ ਆਉਣਾ ਪਵੇ। ਅਗਰ ਉਹ ਪੰਜਾਬ ਦੀ ਹੈਲਥ ਕੇਅਰ ਨੂੰ ਅਵੇਲ ਕਰਨਾ ਚਾਹੁੰਦਾ ਹੈ ਦੈਨ ਟੈਕਨੋਲੋਜੀ ਦਾ ਵੀ ਸਹਾਰਾ ਹੋਣਾ ਚਾਹੀਦਾ ਹੈ। ਐਟਲੀਸਟ ਫॉर ਅਪॉइंटमेंट्स और अदर पर्पसेस एटलीस्ट टेलीमेडिसिन चेकअप वगैरह यू नो इनिशियल कंसल्टेशन इस तरीके की चीज़ां टेलीमेडिसिन के थ्रू हो जानियां चाहिए। इफ देयर इज समथिंग सीरियस ऑब्वियसली द पेशेंट विल कम टू पंजाब राइट। सो इस तरीके के एफर्ट्स जेडे है पंजाब लै सकता है राइट। दिस इज अ इंपॉर्टेंट टॉपिक क्वेश्चन बन सकता है प्लीज नोट्स बना के रखो। फर्स्ट इलैक्ट्रिक ट्रेन अराइव्स एट अबोहर रेलवे स्टेशन। ठीक है जी। सो ट्रायल रनस हो रहे सी ਤਾਂ ਹੁਣ ਫਰਸਟ ਇਲੈਕਟ੍ਰਿਕ ਟ੍ਰੇਨ ਜਿਹੜੀ ਹੈ ਪੰਜਾਬ ਦੀ ਉਹ ਅਬੋਹਰ ਰੇਲਵੇ ਸਟੇਸ਼ਨ ਤੇ ਆਈ ਹੋਈ ਹੈ ਰਾਈਟ। ਸੋ ਦੇਖੋ ਪੂਰੀ ਇੰਡੀਆ ਦਾ ਇਹ ਇੱਕ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ। ਠੀਕ ਹੈ ਜੀ। ਇਹ ਰੇਲਵੇਜ਼ ਦੇ ਸੈਕਟਰ ਦੇ ਵਿੱਚ ਲਾਂਚ ਹੋਇਆ ਹੈ ਰਾਈਟ। ਇਹ ਸਕੀਮ ਦਾ ਪਰਪਸ ਕਿਆ ਹੈ ਕਿ ਪੂਰੇ ਇੰਡੀਆ ਦੇ ਵਿੱਚ ਆਲਮੋਸਟ 1275 ਜਿਹੜੇ ਸਟੇਸ਼ਨਸ ਹੈ ਉਹਨਾਂ ਨੂੰ ਅਪਗ੍ਰੇਡ ਮਾਡਰਨਾਈਜ਼ ਕਰਨਾ ਹੈ ਰਾਈਟ। ਸੋ ਇਸੇ ਲਈ ਤੁਸੀਂ ਕਹਿ ਸਕਦੇ ਹੋ ਕਿ डिफरेंट प्लान्स वगैरह बनाए जा रहे हैं। ਇਹਦੇ ਅੰਡਰ ਹੀ ਵਾਈਫਾਈਸ ਲਗਾਣਾ ਟਾਇਲਟਸ ਲਗਾਣਾ ਵੇਟਿੰਗ ਹਾਲਸ ਬਣਾਉਣਾ ਯੂ نو ਫ੍ਰੀ ਵਾਈਫਾਈ ਕਿਸੌਕਸ ਆਫ ਲੋਕਲ ਪ੍ਰੋਡਕਟਸ। ਜਿਵੇਂ ਹੁਣ ਅਗਰ ਲੈਟਸ ਸੇ ਕਿ ਪੰਜਾਬ ਵਿੱਚ ਫੁਲਕਾਰੀ ਬਣ ਰਹੀ ਹੈ ਤਾਂ ਰੇਲਵੇ ਸਟੇਸ਼ਨ ਤੇ ਵੀ ਫੁਲਕਾਰੀ ਦੀ ਇੱਕ ਦੁਕਾਨ ਲਗਾਓ। ਵਨ ਸਟੇਸ਼ਨ ਵਨ ਪ੍ਰੋਡਕਟ ਵਿਲ ਬੀ ਡਿਸਾਈਡਡ ਤਾਂ ਕਿ ਯੂ نو ਸਟੇਸ਼ਨ ਦੀ ਗਰੋਥ ਹੋ ਇਕਨੋਮਿਕ ਵੇਸ 'ਚ। ਠੀਕ ਹੈ। ਸੋ ਇਸ ਤਰੀਕੇ ਦੀ ਫੈਸਿਲਿਟੀਜ਼ ਜਿਹੜੀਆਂ ਉਹ ਰੇਲਵੇ ਸਟੇਸ਼ਨਸ ਤੇ ਲਾਣੀਆਂ ਹੈ ਇਸੇ ਲਈ ਇਹਦਾ ਨਾਮ ਹੈ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ। ਠੀਕ ਹੈ। ਪ੍ਰੀਲਿਮਸ ਦਾ ਕੁਐਸਚਨ ਆ ਸਕਦਾ ਥੋੜਾ ਜਿਹਾ ਯਾਦ ਰੱਖੋ ਕਦੀ ਕਦੀ ਆਨਸਰਸ 'ਚ ਵੀ ਤੁਸੀਂ ਲਿਖ ਸਕਦੇ ਹੋ ਰਾਈਟ। ਬੇਸਿਕਲੀ ਰੇਲਵੇ ਸਟੇਸ਼ਨਸ ਦੀ ਇੰਪਰੂਵਮੈਂਟ ਇਨ ਡਿਫਰੈਂਟ ਵੇਜ਼ ਜਿਵੇਂ ਵੀ ਹੋ ਸਕਦੀ ਹੈ ਡਿਸੇਬਲਡ ਲਈ ਫਰੈਂਡਲੀ ਬਣਾਉਣਾ ਰਾਈਟ। ਮਲਟੀ ਮੋਡਲ ਇੰਟੀਗ੍ਰੇਸ਼ਨ ਕਰਨਾ ਕਿ ਉੱਥੇ ਟੈਕਸੀਜ਼ ਵੀ ਹੋਣ ਯੂ نو ਇਹ ਸਭ ਕਰਨ ਲਈ ਇਹ ਸਕੀਮ ਬਣਾਈ ਗਈ ਹੈ। ਸੋ ਇਹ ਸਕੀਮ ਨੂੰ ਥੋੜਾ ਯਾਦ ਰੱਖੋ। ਇਹ ਸਕੀਮ ਦੇ ਅੰਡਰ ਹੀ ਫਰਸਟ ਇਲੈਕਟ੍ਰਿਕ ਟ੍ਰੇਨ ਜਿਹੜੀ ਆ ਅਬੋਹਰ ਪੰਜਾਬ ਵਿੱਚ ਪਹੁੰਚ ਚੁੱਕੀ ਹੈ ਰਾਈਟ। ਦਿਸ ਇਜ਼ ਵਾਟ ਯੂ ਹੈਵ ਟੂ ਰਿਮੈਂਬਰ ਪ੍ਰੀਲਿਮਸ ਲਈ ਕੁਐਸਚਨ ਆ ਸਕਦਾ ਹੈ। ਨੈਕਸਟ ਗਲੋਬਲ ਸਾਊਥ ਸੈਂਟਰ ਫॉर ਐਕਸੀਲੈਂਸ ਰਾਈਟ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ IR ਦਾ ਬਿਕੋਜ਼ ਇੰਡੀਆ ਇਜ਼ ਟਰਾਈਂਗ ਟੂ you know raise the voice of global south। ठीक है। आई होप यू अंडरस्टैंड ग्लोबल साउथ। ठीक है। जिन्नियां भी डेवलपिंग कंट्रीज है राइट। देखो यूजुअली पहला अगर तुसी इंटरनेशनल रिलेशंस ਦੀ ਗੱਲ ਕਰੋ ਇਹ ਅਗਰ ਆਪਣੀ ਅਰਥ ਹੈ ਯੂਜੂਅਲੀ ਨਾਰਥ ਨੂੰ ਡਿਵੈਲਪਡ ਨਾਲ ਰਿਲੇਟ ਕੀਤਾ ਜਾਂਦਾ ਸੀ ਬਿਕੋਜ਼ ਹੇਅਰ ਵੀ ਹੈਵ ਅਮਰੀਕਾ ਹੇਅਰ ਵੀ ਹੈਵ UK France Germany yeah we also have Russia right। So usually the northern part was related to development power their influence on the entire globe ਤੇ ਇਸੇ ਇਨਫਲੂਐਂਸ ਚੋਂ ਨਿਕਲਣ ਲਈ ਗਲੋਬਲ ਸਾਊਥ ਦੀ ਕੰਟਰੀਜ਼ ਵਿਚ ਇਨਕਲੂਡਸ ਏਸ਼ੀਆ ਐਂਡ ਅਫਰੀਕਾ ਮੇਨਲੀ right and Latin America also ਏਸ਼ੀਆ ਐਂਡ ਅਫਰੀਕਾ ਇਹ ਕੰਟਰੀਜ਼ ਚਾਹੁੰਦੀਆਂ ਕਿ ਇਹਨਾਂ ਦੀ ਵੀ ਅੱਡ ਤੋਂ ਵੌਇਸ ਹੋਵੇ ਇਹਨਾਂ ਦੀ ਵੀ ਅੱਡ ਤੋਂ ਸਪੇਸ ਹੋਵੇ ਇੰਟਰਨੈਸ਼ਨਲ ਰਿਲੇਸ਼ਨਸ 'ਚ। ਇਹ ਨਹੀਂ ਹੈ ਕਿ ਸਾਰਾ ਕੁਝ ਨਾਰਥ ਹੀ ਡਿਸਾਈਡ ਕਰੇ। ਠੀਕ ਹੈ। ਇਸੇ ਲਈ ਇਹ ਕੰਟਰੀਜ਼ ਕਾਫੀ ਦੇਰ ਤੋਂ ਕੋਲੈਬੋਰੇਟ ਕਰਦੀਆਂ ਰਹੀਆਂ ਹੈ ਬਟ ਇਸ ਸਾਲ G20 ਦੀ ਲੀਡਰਸ਼ਿਪ ਜਿਹੜੀ ਹੈ ਇੰਡੀਆ ਕੋਲ ਸੀ ਤਾਂ ਇੰਡੀਆ ਨੇ G20 'ਚ ਕਿਆ ਕੀਤਾ ਗਲੋਬਲ ਸਾਊਥ ਸਮਿਟ ਵੀ ਕੰਡਕਟ ਕੀਤਾ ਸੀ ਤੇ ਗਲੋਬਲ ਸਾਊਥ ਨੂੰ ਅੱਗੇ ਲੈ ਕੇ ਜਾਣ ਲਈ ਵੀ ਵੌਇਸ ਉਠਾਈ ਸੀ ਰਾਈਟ। ਸੋ ਹੁਣ ਇਸ ਗਲੋਬਲ ਸਾਊਥ ਨੂੰ ਹਮੇਸ਼ਾ ਇਕੱਠੇ ਰੱਖਣ ਲਈ ਇਹਨਾਂ ਦੀ ਵੌਇਸ ਨੂੰ ਇਹਨਾਂ ਦੇ ਇਸ਼ੂਜ਼ ਨੂੰ ਉੱਤੇ ਉਠਾਉਣ ਲਈ ਇੱਕ ਪਰਮਾਨੈਂਟ ਗਲੋਬਲ ਸਾਊਥ ਸੈਂਟਰ ਜਿਹੜਾ ਹੈ ਇੰਡੀਆ ਨੇ ਐਸਟੈਬਲਿਸ਼ ਕਰਾ ਦਿੱਤਾ ਹੈ ਰਾਈਟ। ਆਪਦੇ ਐਫਰਟਸ ਨਾਲ ਦਕਸ਼ਿਨ ਨਾਮ ਦਾ ਗਲੋਬਲ ਸਾਊਥ ਸੈਂਟਰ ਜਿਹੜਾ ਹੈ ਐਸਟੈਬਲਿਸ਼ ਇੰਡੀਆ ਨੇ ਕਰਾ ਦਿੱਤਾ ਹੈ। ਨਾਓ ਦਿਸ ਇਜ਼ ਅ ਵੈਰੀ ਇੰਪੋਰਟੈਂਟ ਡਿਵੈਲਪਮੈਂਟ ਕਿਉਂਕਿ ਸਾਊਥ ਦੀ ਜਿੰਨੀ ਵੀ ਕੰਟਰੀਜ਼ ਹੈ ਉਹਨਾਂ ਨੂੰ ਇਹ ਡੈਡੀਕੇਟਿਡ ਪਲੇਸ ਉਹਨਾਂ ਨੂੰ ਇਹ ਡੈਡੀਕੇਟਿਡ ਵੌਇਸ ਦੇਣ ਲਈ ਇਹ ਬਹੁਤ ਇੰਪੋਰਟੈਂਟ ਕੰਮ ਕਰੇਗਾ ਸੈਂਟਰ। ਠੀਕ ਹੈ। ਇਹ ਆਰਗੇਨਾਈਜੇਸ਼ਨ ਦੀ ਤਰ੍ਹਾਂ ਤੁਸੀਂ ਸਮਝੋ ਜਿਵੇਂ ਸਾਰਕ ਹੈ ਆਸੀਆਨ ਹੈ ਡਿਫਰੈਂਟ ਆਰਗੇਨਾਈਜੇਸ਼ਨ ਹੈ ਦੈਟ ਹੈਵ ਬੀਨ ਡਿਵੈਲਪਡ ਫॉर देयर ਇੰਟਰਸਟ। ਇਹ ਗਲੋਬਲ ਸਾਊਥ ਆਰਗੇਨਾਈਜੇਸ਼ਨ ਦਾ ਵੀ ਇਹੀ ਏਮ ਰਹੇਗਾ ਕਿ ਗਲੋਬਲ ਸਾਊਥ ਦੀ ਜਿਹੜੀ ਕੰਟਰੀਜ਼ ਹੈ ਉਹਨਾਂ ਦੇ ਇਸ਼ੂਜ਼ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ ਰਾਈਟ। ਸੋ ਉਹੀ ਹੈ ਇਹ ਦਕਸ਼ਿਨ ਗਲੋਬਲ ਸਾਊਥ ਸੈਂਟਰ ਫॉर ਐਕਸੀਲੈਂਸ ਹੈ। ਠੀਕ ਹੈ ਜੀ। ਇਹਦਾ ਥੀਮ ਕਿਆ ਰੱਖਿਆ ਗਿਆ ਟੂਗੇਦਰ ਫॉर एवरीवनस ग्रोथ विद एवरीवनस ट्रस्ट
ਠੀਕ ਹੈ, ਦਿਸ ਇਜ਼ ਡਰਾਈਵਡ ਫਰੋਮ ਦ ਥੀਮ ਆਫ G20 ਦੀ ਥੀਮ ਕਿਆ ਸੀ, ਵਨ ਅਰਥ ਵਨ ਫੈਮਿਲੀ ਵਨ ਫਿਊਚਰ। ਤਾਂ ਉੱਥੋਂ ਹੀ ਡਰਾਈਵ ਕੀਤਾ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਸਰੇ ਦੀ ਮਦਦ ਕਰਾਂਗੇ, ਇੱਕ ਦੂਸਰੇ ਨਾਲ ਕੋਆਪਰੇਟ ਕਰਾਂਗੇ, ਕਾइंड ऑफ। ठीक है, ਇਹ ਦਕਸ਼ਿਣ ਸੈਂਟਰ ਦਾ ਰੋਲ ਕਿਆ ਰਹੇਗਾ, ਐਜ਼ ਆਈ ਟੋਲਡ ਯੂ, ਸਾਰੇ ਗਲੋਬਲ ਸਾਊਥ ਨੂੰ ਵੌਇਸ ਪ੍ਰੋਵਾਈਡ ਕਰਨਾ, ਜੋ ਗਲੋਬਲ ਸਾਊਥ ਦੇ ਇਸ਼ੂਜ਼ ਹੈ ਉਹ ਵਰਲਡ ਸਟੇਜ ਤੇ ਸੁਨੇ ਜਾਣ, ਇਹ ਕੰਮ ਗਲੋਬਲ ਸਾਊਥ ਕਰੇਗਾ। ਠੀਕ ਹੈ, ਫਾਈਟ ਕਲਾਈਮੇਟ ਚੇਂਜ ਦਾ ਦੇਖੋ ਸਭ ਤੋਂ ਵੱਡਾ ਇੰਪੈਕਟ ਜਿਹੜਾ ਹੈ ਗਲੋਬਲ ਸਾਊਥ ਤੇ ਹੀ ਹੋਣ ਵਾਲਾ ਹੈ, ਅਫਰੀਕਨ ਕੰਟਰੀਜ਼, ਏਸ਼ੀਅਨ ਕੰਟਰੀਜ਼ ਤੇ ਸੀ ਲੈਵਲ ਰਾਈਜ਼ ਹੋਏਗਾ, ਪੋਵਰਟੀ ਰਾਈਜ਼ ਕਰੇਗੀ, ਰਿਫਿਊਜੀਜ਼ ਰਾਈਜ਼ ਹੋਣਗੇ, ਲੜਾਈਆਂ ਵਧਣਗੀਆਂ। ਇਸ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਇਹ ਸੈਂਟਰ ਡੈਡੀਕੇਟਿਡਲੀ ਬੈਠ ਕੇ ਕਲਾਈਮੇਟ ਚੇਂਜ ਦੇ ਇਸ਼ੂਜ਼ ਨੂੰ, ਦੇ ਕੰਸਰਨਸ ਨੂੰ ਪੌਂਡਰ ਕਰੇ। ਠੀਕ ਹੈ ਜੀ, ਉਸ ਤੋਂ ਬਾਅਦ ਗਲੋਬਲ ਸਾਊਥ ਦੀਆਂ ਜਿੰਨੀਆਂ ਵੀ ਕਾਮਨ ਪ੍ਰੋਬਲਮਸ ਹੈ, ਜਿਵੇਂ ਕਿ ਪਾਵਰਟੀ ਇੱਥੇ ਬਹੁਤ ਜ਼ਿਆਦਾ ਹੈ, ਹੰਗਰ ਅਫਰੀਕਾ ਹੋ ਚਾਹੇ ਏਸ਼ੀਆ ਬਹੁਤ ਜ਼ਿਆਦਾ ਹੈ, ਇਲਿਟਰੇਸੀ ਇਤਨੀ ਜ਼ਿਆਦਾ ਨਹੀਂ ਹੈਗੀ ਹੈ। ਠੀਕ ਹੈ, ਇਹ ਜੀ ਜਿੰਨੀਆਂ ਵੀ ਕਾਮਨ ਪ੍ਰੋਬਲਮਸ ਹੈ ਉਹਨਾਂ ਦੇ ਸੋਲਿਊਸ਼ਨਸ ਇਸ ਸੈਂਟਰ ਵਿੱਚ ਬੈਠ ਕੇ ਕੰਟਰੀਜ਼ ਫਾਈਂਡ ਆਊਟ ਕਰਨ ਦੀਆਂ ਕੋਸ਼ਿਸ਼ ਕਰਨਗੀਆਂ। ਰਾਈਟ, ਇਹਨਾਂ ਦੀ ਰਿਸਰਚ ਵਿੰਗ ਹੋਏਗੀ। ਠੀਕ ਹੈ, ਸੋ ਰਿਸਰਚ ਵਰਕ ਕੀਤਾ ਜਾਵੇਗਾ ਔਨ ਫਾਈਂਡਿੰਗ ਸੋਲਿਊਸ਼ਨਸ ਟੂ ਦੀ ਪ੍ਰੋਬਲਮਸ ਆਫ ਗਲੋਬਲ ਸਾਊਥ। ਰਾਈਟ, ਸੋ ਇਹ ਬਹੁਤ ਹੀ ਇੰਪੋਰਟੈਂਟ ਹੈ, ਤੇ ਕੁਐਸਚਨ ਆਣਾ ਬਹੁਤ ਹਾਈਲੀ ਪ੍ਰੋਬੇਬਲ ਹੈ, ਪ੍ਰੀਲਿਮਸ ਚ ਵੀ ਮੇਨਸ ਚ ਵੀ। ਦਕਸ਼ਿਣ ਕਿਆ ਹੈ, ਕਿਹਾ ਜਾ ਸਕਦਾ ਹੈ ਤੁਹਾਨੂੰ, ਇੰਡੀਆ ਦਾ ਰਿਸਰਚ ਸੈਂਟਰ ਐਟ ਆਰਕਟਿਕ, ਇਸ ਤਰੀਕੇ ਨਾਲ ਕੁਐਸਚਨ ਆ ਸਕਦੇ ਹੈ, ਕਨਫਿਊਜ਼ਿੰਗ। ਸੋ ਇਹਨੂੰ ਯਾਦ ਰੱਖੋ। ਠੀਕ ਹੈ, ਇਹ ਸਭ ਅਚੀਵ ਕਰਨ ਲਈ ਪ੍ਰਾਈਮ ਮਿਨਿਸਟਰ ਕਿਸ ਤਰੀਕੇ ਨਾਲ ਅਚੀਵ ਕਰਨਾ ਚਾਹੁੰਦੇ ਹੈ, ਪੀਐਮ ਮੋਦੀ ਕਹਿੰਦੇ ਸਾਨੂੰ 5 C's ਯੂਜ਼ ਕਰਨੀਆਂ ਚਾਹੀਦੀਆਂ ਹੈ, ਕੰਸਲਟੇਸ਼ਨ, ਕੋਆਪਰੇਸ਼ਨ, ਕਮਿਊਨੀਕੇਸ਼ਨ, ਕ੍ਰੀਏਟਿਵਿਟੀ ਐਂਡ ਕੈਪੈਸਿਟੀ ਬਿਲਡਿੰਗ, if we really want to achieve these objectives। ठीक है, this is what you have to remember, लिख के रखो, काम आएगा। now global biofuel alliance, ठीक है जी, ये पुराना अलायंस है, थोड़ी देर पहला G20 ਦੇ ਦੌਰਾਨ ਹੀ ਪੀਐਮ ਮੋਦੀ ਨੇ ਰਿਲੀਜ਼ ਕੀਤਾ ਸੀ। some points are there ਜਿਹੜੇ ਆਪਾਂ ਨੂੰ ਇਸ ਤੇ ਪਤਾ ਹੋਣੇ ਚਾਹੀਦੇ ਆ, that is what I am discussing। ਠੀਕ ਹੈ ਜੀ, global biofuel alliance ਕਿਆ ਹੈ, ਬੇਸਿਕਲੀ ਬਾਇਓਫਿਊਲ ਦੇ ਯੂਜ਼ ਨੂੰ, ਦੇ ਪ੍ਰੋਸੈਸਿੰਗ ਨੂੰ ਵਧਾਉਣ ਲਈ ਇਹ ਆਰਗੇਨਾਈਜੇਸ਼ਨ ਲਾਂਚ ਕੀਤੀ ਗਈ ਹੈ। ਜਿਵੇਂ ਅਸੀਂ ਇੰਟਰਨੈਸ਼ਨਲ ਸੋਲਰ ਅਲਾਈਅੰਸ ਗਲੋਬਲ ਲੈਵਲ ਤੇ ਲਾਂਚ ਕੀਤੀ ਸੀ, ਤਾਂ ਕਿ ਜਿਹੜੀ ਟ੍ਰੋਪਿਕਸ ਦੇ ਵਿੱਚ ਕੰਟਰੀਜ਼ ਹੈ ਉਹ ਸੋਲਰ એનર્ਜੀ ਨੂੰ ਲੀਵਰੇਜ ਕਰ ਸਕਣ। ਇਹ ਬਾਇਓਫਿਊਲ ਅਲਾਈਅੰਸ ਦੇ ਦੁਆਰਾ ਇੰਡੀਆ ਚਾਹੁੰਦਾ ਹੈ ਕਿ ਅਸੀਂ ਬਾਇਓਫਿਊਲ ਨੂੰ ਜਿਹੜਾ ਹੈ ਵਧਾਵਾ ਦੇ ਸਕੀਏ। ਠੀਕ ਹੈ, ਬਾਇਓਫਿਊਲ ਆਈ ਹੋਪ ਯੂ ਅੰਡਰਸਟੈਂਡ। ਠੀਕ ਹੈ, ਜਿਹੜਾ ਆਪਾਂ ਵੇਸਟ ਤੋਂ એનર્ਜੀ ਕ੍ਰੀਏਟ ਕਰਦੇ ਆਂ, ਬੇਸਿਕਲੀ ਬਾਇਓ ਵੇਸਟ ਤੋਂ ਜਿਹੜੀ ਆਪਾਂ એનર્ਜੀ ਕ੍ਰੀਏਟ ਕਰਦੇ ਆਂ, ਪਲਾਂਟਸ, ਕ੍ਰੌਪਸ, ਮਿਊਨਿਸਪਲ ਵੇਸਟ, ਇਹ ਜੀ ਚੀਜ਼ਾਂ ਤੋਂ, ਐਲਗੀ, ਕ੍ਰੌਪਸ, ਇਹਨਾਂ ਤੋਂ ਜਿਹੜੀ ਆਪਾਂ એનર્ਜੀ ਕ੍ਰੀਏਟ ਕਰਦੇ ਹਾਂ ਉਹਨੂੰ ਬੇਸਿਕਲੀ ਬਾਇਓਫਿਊਲ ਕਹਿੰਦੇ ਨੇ। ਰਾਈਟ, ਇਹ ਬਹੁਤ ਹੀ ਅੱਛਾ ਮੀਡੀਅਮ ਹੁੰਦਾ ਹੈ એનર્ਜੀ ਜਨਰੇਟ ਕਰਨ ਦਾ। ਇੱਕ ਤਾਂ ਇੱਕ ਪਾਸੇ ਤੁਸੀਂ ਵੇਸਟ ਮੈਨੇਜ ਕਰ ਪਾਉਂਦੇ ਹੋ, ਦੂਸਰੇ ਪਾਸੇ એનર્ਜੀ ਕ੍ਰੀਏਟ ਕਰਦੇ ਹੋ। ਇਸੇ ਲਈ ਇਸ ਅਲਾਈਅੰਸ ਦਾ ਸਿਗਨੀਫੀਕੈਂਸ ਵੀ ਬਹੁਤ ਜ਼ਿਆਦਾ ਹੈ। ਇੱਕ ਤਾਂ ਜਨਰਲ ਸਿਗਨੀਫੀਕੈਂਸ ਹੈ, ਜਨਰਲ ਸਿਗਨੀਫੀਕੈਂਸ ਮਤਲਬ ਓਬਵੀਅਸਲੀ ਕਲਾਈਮੇਟ ਚੇਂਜ ਦੇ ਆਬਜੈਕਟਿਵਸ ਨੂੰ ਮੀਟ ਕਰਨ ਤੇ ਹੈਲਪ ਕਰੇਗਾ, ਸੋਲਿਡ ਵੇਸਟ ਮੈਨੇਜਮੈਂਟ 'ਚ ਇਹ ਕਾਫੀ ਫੈਸਿਲਿਟੇਟ ਕਰੇਗਾ, ਦੇਸ਼ਾਂ ਦੀ 에ਅਰ ਕੁਆਲਿਟੀ ਨੂੰ ਇੰਪਰੂਵ ਕਰੇਗਾ, ਸਪੈਸ਼ਲੀ ਇੰਡੀਆ ਦੀ ਇੰਪੋਰਟ ਡਿਪੈਂਡੈਂਸ ਨੂੰ ਘਟਾਏਗਾ ਤੇ એનર્ਜੀ ਸਿਕਿਉਰਿਟੀ ਨੂੰ ਵਧਾਏਗਾ। ਰਾਈਟ, ਨਾਲ ਦੀ ਨਾਲ ਇੰਪਲੋਇਮੈਂਟ ਜਨਰੇਸ਼ਨ, ਫਾਰਮਰ ਦੀ ਐਡੀਸ਼ਨਲ ਇਨਕਮ ਜਿਹੜੀ ਹੈ ਉਹ ਜਨਰੇਟ ਹੋਏਗੀ। ਬਟ ਸਭ ਤੋਂ ਵੱਡਾ ਬੈਨੀਫਿਟ ਇਹਦਾ ਇਹ ਹੈ ਕਿ ਸਾਰੀ ਕੰਟਰੀਜ਼ ਜਿਹੜੀਆਂ ਇਸ ਅਲਾਈਅੰਸ ਦੀਆਂ ਮੈਂਬਰਸ ਹੋਣਗੀਆਂ ਉਹ ਇੱਕ ਦੂਸਰੇ ਤੋਂ ਟੈਕਨੀਕਲ ਸਪੋਰਟ ਪਾ ਪਾਣਗੀਆਂ ਟੂ ਯੂਜ਼ ਬਾਇਓਫਿਊਲਸ। ਠੀਕ ਹੈ, ਹਰ ਕੰਟਰੀ ਨੂੰ ਨਹੀਂ ਪਤਾ ਹੁੰਦਾ ਕਿ ਬਾਇਓਫਿਊਲਸ ਨੂੰ ਕਿਵੇਂ ਯੂਜ਼ ਕਰਨਾ ਹੈ, ਕਿਵੇਂ ਉਹਨੂੰ ਚੈਨਲਾਈਜ਼ ਕੀਤਾ ਜਾਵੇ, ਤਾਂ ਉਹਦੇ ਲਈ ਟੈਕਨੀਕਲ ਸਪੋਰਟ ਸਭ ਨੂੰ ਮਿਲੇਗੀ। ਠੀਕ ਹੈ ਜੀ, ਇੰਟਰਨੈਸ਼ਨਲ ਮਾਰਕੀਟਸ 'ਚ ਵੀ ਆਪਾਂ ਬਾਇਓਫਿਊਲ ਵੇਚ ਸਕੀਏ, that effort will also be done। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ, ਗਲੋਬਲ ਲੈਵਲ ਤੇ ਬਾਇਓਫਿਊਲ ਦਾ ਟ੍ਰੇਡ ਹੋਵੇ, this will be facilitated by this alliance। ਰਾਈਟ, ਇਹ ਬਹੁਤ ਇੰਪੋਰਟੈਂਟ ਜਿਹੜੇ ਇਹਦੇ ਆਈਡੀਆਜ਼ ਹੈ ਤੇ ਕੰਟਰੀਬਿਊਸ਼ਨ ਹੈ। ਅਗਰ ਐਕਚੁਅਲੀ ਵੀ ਆਰ ਏਬਲ ਟੂ ਡੂ ਦਿਸ, then this will be a very successful initiative like ISA। ਠੀਕ ਹੈ, ਇੰਡੀਆ ਨੇ ਤਾਂ ਬਹੁਤ ਯੂਜ਼ ਕੀਤੀ ਹੈ ਸੋਲਰ, ਹੁਣ ਅਗਰ ਇੰਡੀਆ ਦੂਸਰੇ ਨੇਸ਼ਨਸ ਤੱਕ ਵੀ ਉਹ ਟਰਾਂਸਲੇਟ ਕਰਾ ਪਾਉਂਦਾ ਹੈ, then it will be a very important development for the entire world। ਠੀਕ ਹੈ, ਵੈਸੇ ਹੀ ਅਗਰ ਤੁਸੀਂ ਗਲੋਬਲ ਇਥੇਨੋਲ ਮਾਰਕੀਟ ਦੇਖਣੀ ਹੋ, ਕਾਫੀ ਵੱਧ ਰਹੀ ਹੈ, ਹਰ ਕੰਟਰੀ ਮਤਲਬ ਇਥੇਨੋਲ ਦੇ ਵੱਲ ਮੂਵ ਕਰ ਰਹੀ ਹੈ। ਐਟਲੀਸਟ 20% ਬਲੈਂਡਿੰਗ ਟਾਰਗੇਟ ਤਾਂ ਹੈ ਹੀ, ਇੰਡੀਆ ਦੇ ਵਿੱਚ ਵੀ ਹੈ, ਬਾਕੀ ਕੰਟਰੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ। ਰਾਈਟ, ਸੋ ਇਥੇਨੋਲ, ਗਲੋਬਲ ਇਥੇਨੋਲ ਮਾਰਕੀਟ ਜਿਹੜੀ ਹੈ 99 ਬਿਲੀਅਨ ਤੋਂ 162 ਬਿਲੀਅਨ ਤੇ ਹੋਣ ਦਾ ਅੰਦਾਜ਼ਾ ਹੈ 10 ਸਾਲਾਂ ਦੇ ਵਿੱਚ। ਰਾਈਟ, ਸੋ ਇਹ ਮਾਰਕੀਟ ਨੂੰ ਕੇਟਰ ਕਰਨ ਲਈ ਆਪਾਂ ਨੂੰ ਪ੍ਰੋਡਕਟ ਵੀ ਤਾਂ ਬਣਾਉਣਾ ਪੈਣਾ ਹੈ, ਐਂਡ ਦੈਟ ਇਜ਼ ਵੇਅਰ ਗਲੋਬਲ ਬਾਇਓਫਿਊਲ ਅਲਾਈਅੰਸ ਵਿਲ ਹੈਲਪ। ਠੀਕ ਹੈ, ਸਾਰੀ ਕੰਟਰੀਜ਼ ਨੂੰ ਹੈਲਪ ਕਰੇਗਾ ਕਿ ਆਪਦੇ ਵੇਸਟ ਨੂੰ ਬਾਇਓਫਿਊਲ 'ਚ ਕਨਵਰਟ ਕਰੋ ਐਂਡ ਫਿਰ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਟ੍ਰੇਡ ਕਰੋ, ਵੇਚੋ, ਕਮਾਓ। ਰਾਈਟ, ਦੈਟ ਇਜ਼ ਵਾਟ ਵੀ ਆਰ ਟਾਕਿੰਗ ਅਬਾਊਟ।
ਠੀਕ ਹੈ। ਇਸ ਤਰੀਕੇ ਨਾਲ ਇਹ ਅਲਾਇੰਸ ਜਿਹੜੀ ਹੈਗੀ ਹੈ ਉਹ ਇੰਟਰਨੈਸ਼ਨਲ ਟ੍ਰੇਡ ਨੂੰ ਬਾਇਓਫਿਊਲ ਚ ਵਧਾ ਸਕਦੀ ਹੈ। ਰਾਈਟ, ਸੋ ਕੀਪ ਦਿਸ। ਲਾਸਟ ਹੈਗਾ ਇਹ ਪ੍ਰੀਲਿਮਸ ਲਈ ਇੰਪੋਰਟੈਂਟ ਹੈ। ਵਰਲਡ ਰਿਨਾਊਂਡ ਆਰਟ ਹਿਸਟੋਰੀਅਨ BN ਗੋਸਵਾਮੀ ਡਾਈਸ। ਠੀਕ ਹੈ ਜੀ, BN ਗੋਸਵਾਮੀ ਬਹੁਤ ਹੀ ਰਿਨਾਊਂਡ ਆਰਟ ਹਿਸਟੋਰੀਅਨ ਹੈ। ਮਿਨੀਏਚਰ ਆਰਟ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਹੈ। ਪਹਾੜੀ ਪੇਂਟਿੰਗਸ ਵਿੱਚ ਇਹਨਾਂ ਦਾ ਦਬਦਬਾ ਰਿਹਾ ਹੈ। ਠੀਕ ਹੈ ਜੀ, 1933 ਵਿੱਚ ਇਹਨਾਂ ਦਾ ਬਰਥ ਹੋਇਆ ਸੀ, ਸਾਡੀ ਆਜ਼ਾਦੀ ਵਾਲੇ ਦਿਨ ਅਗਸਤ 15 ਨੂੰ। ਪਾਕਿਸਤਾਨ ਵਾਲੇ ਏਰੀਆ ਵਿੱਚ ਇਹਨਾਂ ਦਾ ਇਨੀਸ਼ੀਅਲੀ ਬਰਥ ਹੋਇਆ ਸੀ, ਬਟ ਇੰਡੀਆ ਦੀ ਸਾਈਡ ਤੇ ਆ ਕੇ ਰਹਿਣ ਲੱਗੇ। ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਵਿੱਚ ਵੀ ਇਹਨਾਂ ਨੇ ਸਰਵ ਕੀਤਾ ਐਂਡ ਇਹਨਾਂ ਦੀ ਕੰਟਰੀਬਿਊਸ਼ਨਸ ਦੇ ਲਈ ਇਹਨਾਂ ਨੂੰ ਪਦਮ ਭੂਸ਼ਣ ਯਾਨੀ ਕਿ 3rd ਹਾਈਐਸਟ ਸਿਵਿਲੀਅਨ ਅਵਾਰਡ ਵੀ ਇੰਡੀਆ ਦੇ ਵਿੱਚ ਨਵਾਜ਼ਿਆ ਗਿਆ। ਠੀਕ ਹੈ ਜੀ, ਇਹਨਾਂ ਨੇ 26 ਦੇ ਅਰਾਊਂਡ ਜਿਹੜੀਆਂ ਹੈ ਬੁੱਕਸ ਲਿਖੀਆਂ ਹੈ। ਸਮ ਇੰਪੋਰਟੈਂਟ ਬੁੱਕਸ ਇਹਨਾਂ ਦੀਆਂ ਲਿਖ ਲਓ, ਕਈ ਵਾਰੀ ਕੁਐਸਚਨ ਚ ਆ ਜਾਂਦਾ ਹੈ, ਇਹ ਥੋੜਾ ਯਾਦ ਰੱਖ ਲਓ। ਨਾਨਸੁਖ ਆਫ ਗੁਲੇਰ, right, a great Indian painter from Small Hill State, ਪਹਾੜੀ ਮਾਸਟਰਸ, ਕੋਟ ਪੇਂਟਰਸ ਆਫ ਨਾਰਥ ਇੰਡੀਆ। ਠੀਕ ਹੈ, ਸੋ ਇਹ ਬੁੱਕਸ ਚ ਕਿਆ ਹੋਏਗਾ, ਪੇਂਟਿੰਗਸ ਦਿੱਤੀਆਂ ਹੋਣਗੀਆਂ, ਉਹਨਾਂ ਦੀ ਡਿਸਕ੍ਰਿਪਸ਼ਨਸ ਦਿੱਤੀਆਂ ਹੋਣਗੀਆਂ, ਪੇਂਟਰਸ ਦੀ ਕੰਟਰੀਬਿਊਸ਼ਨਸ, ਪੇਂਟਰਸ ਦੀ ਖੂਬੀਆਂ ਦੱਸੀਆਂ ਹੋਣਗੀਆਂ। ਠੀਕ ਹੈ, ਪੇਂਟਰਸ ਐਟ ਸਿੱਖ ਕੋਟ, ਅ ਸੈਂਸ ਆਫ ਇੰਡੀਅਨ ਆਰਟ। ਸੋ ਡਿਫਰੈਂਟ ਏਰੀਆ ਦੀ ਪੇਂਟਿੰਗਸ ਨੂੰ ਇਹਨਾਂ ਨੇ ਆਪਦੀ ਬੁੱਕਸ ਦੇ ਵਿੱਚ ਗਲੋਰੀਫਾਈ ਕੀਤਾ ਹੈ ਜਾਂ ਐਕਸਪਲੇਨ ਕੀਤਾ ਹੈ। ਇਸ ਤਰੀਕੇ ਨਾਲ ਇਹਨੂੰ ਯਾਦ ਰੱਖ ਸਕਦੇ ਹੋ, BN ਗੋਸਵਾਮੀ ਸਾਹਿਬ। ਠੀਕ ਹੈ, ਇਹ ਇਹਨਾਂ ਦੀ ਅਨਦਰ ਨੋਟੇਬਲ ਵਰਕਸ ਹੈ, ਇਹਨਾਂ ਨੂੰ ਪੜ੍ਹ ਸਕਦੇ ਹੋ। ਸਾਰੇ ਪੇਂਟਿੰਗ ਨਾਲ ਰਿਲੇਟਡ ਹੈ, ਮਤਲਬ ਇਹ ਯਾਦ ਰੱਖਣਾ ਅਗਰ ਪੇਪਰ ਵਿੱਚ ਸਪੈਸ਼ਲੀ ਪੇਂਟਿੰਗ ਨਾਲ ਰਿਲੇਟਡ ਓਬਿਚਰੀ ਤੇ ਕੁਐਸਚਨ ਆਵੇ, ਇਟ ਕੈਨ ਬੀ ਰਿਲੇਟਡ ਟੂ BN ਗੋਸਵਾਮੀ ਸਾਹਿਬ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਦਰਵਾਈਜ਼ ਇੰਨੀ ਪਰਸਨੈਲਿਟੀਜ਼ ਯਾਦ ਕਰਨਾ ਤਾਂ ਡਿਫਿਕਲਟ ਹੀ ਰਹਿੰਦਾ ਹੈ। ਤੋ ਇਹ ਥੋੜੀ ਡਿਸਟਿੰਕਟਿਵ ਪਰਸਨੈਲਿਟੀ ਹੈ, ਪਤਾ ਚੱਲ ਰਿਹਾ ਹੈ ਕਿ ਸਾਰੇ ਦੀ ਸਾਰੀ ਬੁੱਕਸ ਵਿੱਚ ਪੇਂਟਿੰਗ ਦਾ ਰੈਫਰੈਂਸ ਹੈ। ਸੋ ਐਨੀਥਿੰਗ that is referred to painting, it is likely ਕਿ BN ਗੋਸਵਾਮੀ ਸਾਹਿਬ ਹੋਣਗੇ। ਹੋਰ ਕਿੰਨੇ ਸੇਮ ਏਰੀਆ ਦੇ ਲੋਕ ਇਸੇ ਸਾਲ ਡੈਥ ਨੂੰ ਪ੍ਰਾਪਤ ਹੋਣਗੇ, ਹਨਾ। ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। The Indian cat stories, paintings, poetry and proverbs, right? So this is all for this discussion. If you have any doubt and query, you can connect with us on the given number. Thank you so much for joining.